ਦੋਸਤੋ ਘੁੰਮਣ ਫਿਰਨ ਦਾ ਸ਼ੌਕ ਲਗਭਗ ਸਾਰਿਆਂ ਨੂੰ ਹੁੰਦਾ ਹੈ, ਪਰ ਇਹ ਸ਼ੌਕ ਹਰੇਕ ਬੰਦੇ ਦਾ ਆਪਣਾ ਆਪਣਾ ਸ਼ੌਕ ਹੈ ਅਤੇ ਘੁੰਮਣਾ ਫਿਰਨਾ ਅੱਜ ਦੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਚੈਲੰਜ ਹੈ। ਇਸ ਲਈ ਨਿਦਾ ਫਾਜ਼ਲੀ ਨੇ ਠੀਕ ਹੀ ਕਿਹਾ कि सफ़र में धूप तो होगी जो चल सको तो चलो, सभी हैं भीड़ में तुम भी निकल सको तो चलो, किसी के वास्ते राहें कहाँ बदलती हैं, तुम अपने आप को खुद ही बदल सको तो चलो। इसलिए सानू अपने आप को बदलना पऊगा, ਤਾਂ ਹੀ ਅਸੀਂ ਇੱਕ ਲੰਬੇ ਸਫ਼ਰ 'ਤੇ ਜਾ ਸਕਦੇ ਹਾਂ, ਤਾਂ ਹੀ ਅਸੀਂ ਟਰੈਵਲਿੰਗ ਕਰ ਸਕਦੇ, ਤਾਂ ਹੀ ਅਸੀਂ ਘੁੰਮਣ ਫਿਰਨ ਦਾ ਜਿਹੜਾ ਸ਼ੌਂਕ ਆ ਉਹ ਪਾਲ ਸਕਦੇ ਹਾਂ। ਅਤੇ ਅਸੀਂ ਲੇਹ ਪਹੁੰਚ ਗਏ ਸੀ। ਤੁਹਾਨੂੰ ਪਤਾ ਪਿਛਲੇ ਐਪੀਸੋਡ ਵਿੱਚ ਤੁਸੀਂ ਦੇਖਿਆ ਹੋਵੇਗਾ। ਲੇਹ ਦੇ ਵਿੱਚ ਅਸੀਂ 4-5 ਦਿਨ ਗੁਜ਼ਾਰ ਕੇ 4-5 ਦਿਨ ਉੱਥੇ ਲਾ ਕੇ ਉੱਥੋਂ ਦਾ ਕਲਚਰ, ਉੱਥੋਂ ਦਾ ਇਤਿਹਾਸ, ਉੱਥੋਂ ਦੀਆਂ ਆਲੇ ਦੁਆਲੇ ਦੀਆਂ ਜਿਹੜੀ ਥਾਵਾਂ ਨੇ ਉਹ ਘੁੰਮ ਫਿਰ ਕੇ ਦੇਖੀਆਂ। ਸੰਸਾਰ ਭਰ ਵਿੱਚ ਲੇਹ ਦੀ ਜਿਹੜੀ ਅਹਿਮੀਅਤ ਹੈ ਉਹ ਕਈ ਗੱਲਾਂ ਕਰਕੇ ਹੈ। ਪਹਿਲੀ ਗੱਲ ਤਾਂ ਇਸ ਦਾ ਭੂਗੋਲਿਕ ਖੇਤਰ, ਦੂਸਰਾ ਇਸ ਦਾ ਇਤਿਹਾਸ, ਤੀਸਰਾ ਇੱਥੋਂ ਦਾ ਜਿਹੜਾ ਧਰਮ ਹੈ ਬੌਧ ਧਰਮ, ਅਤੇ ਹੋਰ ਇੱਥੇ ਜਿਹੜੀ ਦੇਖਣ ਵਾਲੀਆਂ ਚੀਜ਼ਾਂ ਨੇ, ਦੇਖਣ ਵਾਲੀਆਂ ਜਿਹੜੀਆਂ ਇਮਾਰਤਾਂ ਨੇ, ਉਹਨਾਂ ਵਿੱਚ ਪ੍ਰਮੁੱਖ ਤੌਰ 'ਤੇ ਇੱਥੋਂ ਦਾ ਜਿਹੜਾ ਸ਼ਾਹੀ ਕਿਲ੍ਹਾ ਅਤੇ ਬੌਧ ਸਤੂਪਾ, ਜਿਹਨੂੰ ਸ਼ਾਂਤੀ ਸਤੂਪਾ ਵੀ ਆਖਿਆ ਜਾਂਦਾ ਹੈ। ਅਤੇ ਇੱਥੋਂ ਦਾ ਜਿਹੜਾ ਕਲਚਰ ਹੈ ਜਾਂ ਇੱਥੋਂ ਦਾ ਜਿਹੜਾ ਇਹਨਾਂ ਦਾ ਆਪਣਾ ਰੀਤੀ ਰਿਵਾਜ਼ ਨੇ, ਉਹ ਬਿਲਕੁਲ ਦੂਸਰੇ ਹਿੰਦੁਸਤਾਨ ਦੇ ਲੋਕਾਂ ਨਾਲੋਂ ਬਿਲਕੁਲ ਅਲੱਗ ਨੇ। ਇਹਨਾਂ ਦਾ ਜਿਹੜਾ ਕਲਚਰ ਹੈ ਉਹਦੇ 'ਤੇ ਜ਼ਿਆਦਾਤਰ ਤਿੱਬਤ ਦੇ ਕਲਚਰ ਦਾ ਪ੍ਰਭਾਵ ਹੈ। ਇਸ ਕਰਕੇ ਇਹ ਵੀ ਮੰਨਿਆ ਜਾਂਦਾ ਹੈ ਕਿ ਇੱਥੋਂ ਦਾ ਜਿਹੜਾ ਆਰਕੀਟੈਕਚਰ ਹੈ ਉਹ ਜ਼ਿਆਦਾਤਰ ਤਿੱਬਤੀਨ ਆਰਕੀਟੈਕਚਰ ਨਾਲ ਜਿਹੜੇ ਘਰ ਬਣੇ ਹੋਏ ਨੇ ਜਾਂ ਇਮਾਰਤਾਂ ਬਣੀਆਂ ਹੋਈਆਂ ਨੇ। ਇੰਡਸ ਦਰਿਆ ਦੇ ਕਿਨਾਰੇ ਵਸਿਆ ਜਿਹੜਾ ਲੇਹ ਸ਼ਹਿਰ ਹੈ, ਜਦੋਂ ਅਸੀਂ ਲੇਹ ਦੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਦੇਖਦੇ ਹਾਂ ਕਿ ਲੇਹ ਨੂੰ ਪਿਛਲੇ ਸਮਿਆਂ ਵਿੱਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਦਾ ਸ਼ੁਰੂਆਤੀ ਨਾਂ ਮਰਿਊਲ ਤੇ ਖਾਂ ਚੰਪਾ ਹੈ। ਚੀਨੀ ਯਾਤਰੀ ਫਾਇਆਨ ਨੇ ਇਸ ਦਾ ਨਾਂ ਆਪਣੀ ਰਚਨਾਵਾਂ ਵਿੱਚ ਕੀਆ ਸ਼ਾਹ ਦੱਸਿਆ ਹੈ ਅਤੇ ਹਿਊਨ ਸਾਂਗ ਨੇ ਇਸ ਨੂੰ ਮਾਂ ਲੋਫੂ ਕਿਹਾ ਹੈ। ਮੰਨਿਆ ਜਾਂਦਾ ਹੈ ਕਿ ਇਸ ਧਰਤੀ ਦੇ ਪਹਿਲੇ ਵਸਨੀਕ ਬਰੋਕਪਾ ਨਾਂ ਦੇ ਕਬੀਲੇ ਦੇ ਲੋਕ ਸਨ, ਜਿਹੜੇ ਦਦਰਸਤਾਨ ਤੋਂ ਆਏ ਸੀ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇੱਥੋਂ ਦੀ ਬਹੁਤੀ ਵਸੋਂ ਦਾ ਮੂਲ ਸਿਰਾ ਕਰਜ਼ਾ ਭਾਵ ਕੁੱਲੂ ਤੋਂ ਆਏ ਲੋਕਾਂ ਦੀ ਨਸਲ ਨਾਲ ਜੁੜਿਆ ਹੋਇਆ ਹੈ, ਜਿਹੜੇ ਸ਼ੁਰੂਆਤੀ ਦੌਰ ਵਿੱਚ ਆਪਣੇ ਆਪ ਨੂੰ ਆਰੀਅਨ ਅਖਵਾਉਂਦੇ ਸਨ। ਇਹ ਲੋਕ ਨੇੜੇ ਤੇੜੇ ਦੀਆਂ ਥਾਵਾਂ ਜਿਵੇਂ ਰੌਂਗ, ਸ਼ਿਓਂਕ, ਸਾਕਤੀ, ਟੰਗਸੇ, ਦੁਰਬਕ, ਖਲਸੀ ਅਤੇ ਗਿਆ ਵਿੱਚ ਆ ਕੇ ਬਸ ਗਏ ਸਨ। ਇਸ ਤਰ੍ਹਾਂ ਲੇਹ ਦਾ ਜਿਹੜਾ ਇਤਿਹਾਸ ਹੈ ਇੱਕ ਲੰਮਾ ਚੌੜਾ ਇਤਿਹਾਸ ਹੈ। ਲੇਹ ਵਿੱਚ ਇੱਕ ਹੋਰ ਥਾਂ ਵੇਖਣਯੋਗ ਹੈ ਜਿਹੜੀ ਕਿ ਲੇਹ ਪੈਲੇਸ ਹੈ, ਜਿਸ ਨੂੰ ਸ਼ਾਹੀ ਕਿਲ੍ਹਾ ਵੀ ਆਖਿਆ ਜਾਂਦਾ ਹੈ। ਇਸ ਕਿਲ੍ਹੇ ਦਾ ਨਿਰਮਾਣ 17ਵੀਂ ਸਦੀ ਵਿੱਚ ਸੈਂਗੇ ਨਮਗਿਆਲ ਨੇ ਕਰਵਾਇਆ। ਇਹ ਸ਼ਾਹੀ ਮਹਿਲ 9 ਮੰਜ਼ਿਲਾ ਹੈ ਅਤੇ 9ਵੀਂ ਮੰਜ਼ਿਲ 'ਤੇ ਕਿਸੇ ਵੇਲੇ ਸ਼ਾਹੀ ਪਰਿਵਾਰ ਦੀ ਜਿਹੜੀ ਰਿਹਾਇਸ਼ ਹੁੰਦੀ ਸੀ ਅਤੇ ਥੱਲੜੀਆਂ ਬਾਕੀ ਮੰਜ਼ਿਲਾਂ ਦੇ ਵਿੱਚ ਹੋਰ ਜਿਹੜਾ ਅਮਲਾ ਫੈਲਾ ਜਿਹੜਾ ਉੱਥੇ ਰਹਿੰਦਾ ਸੀਗਾ। ਲੇਕਿਨ 19ਵੀਂ ਸਦੀ ਵਿੱਚ ਜਦੋਂ ਲੇਹ ਦੇ ਉੱਤੇ ਡੋਗਰਿਆਂ ਨੇ ਆਪਣਾ ਹਮਲਾ ਕੀਤਾ ਜਾਂ ਲੇਹ ਉੱਤੇ ਡੋਗਰਿਆਂ ਦਾ ਰਾਜ ਹੋ ਗਿਆ, ਤਾਂ ਇੱਥੋਂ ਦੇ ਜਿਹੜੇ ਸ਼ਾਹੀ ਪਰਿਵਾਰ ਨੂੰ ਇਹਨਾਂ ਨੇ ਜਿਹੜਾ ਇੱਥੇ ਸਟੌਕ ਪੈਲੇਸ ਉੱਥੇ ਭੇਜ ਦਿੱਤਾ ਸੀ ਅਤੇ ਬਾਅਦ ਦੇ ਵਿੱਚ ਇਹਨਾਂ ਦਾ ਪੂਰੀ ਤਰ੍ਹਾਂ ਲੇਹ ਦੇ ਉੱਤੇ ਡੋਗਰਿਆਂ ਦਾ ਕਬਜ਼ਾ ਹੋ ਗਿਆ ਸੀ। ਲੇਹ ਵਿੱਚ ਇੱਕ ਹੋਰ ਥਾਂ ਜਿਹੜੀ ਦੇਖਣਯੋਗ ਹੈ ਉਹ ਹੈ ਸ਼ਾਂਤੀ ਸਤੂਪਾ। ਸ਼ਾਂਤੀ ਸਤੂਪਾ ਲੇਹ ਦੇ ਇੱਕ ਪਾਸੇ ਸਿਖਰ ਉੱਤੇ ਜਾਂ ਇੱਕ ਪਹਾੜੀ ਉੱਤੇ ਬਣਿਆ ਬੌਧ ਧਰਮ ਸੰਬੰਧਿਤ ਖੂਬਸੂਰਤ ਸਤੂਪਾ ਹੈ। ਇਸ ਦਾ ਨਿਰਮਾਣ 1991 ਵਿੱਚ ਜਾਪਾਨੀ ਬੌਧ ਭਿਕਸ਼ੂ ਗਿਓਮਿਓ ਨਾਕਾਮੂਰਾ ਨੇ ਕਰਵਾਇਆ ਅਤੇ ਕਿਹਾ ਜਾਂਦਾ ਹੈ ਕਿ ਸੰਸਾਰ ਭਰ ਵਿੱਚ ਸ਼ਾਂਤੀ ਸਥਾਪਿਤ ਕਰਨ ਵਾਸਤੇ ਬਣਾਏ ਗਏ ਅਨੇਕਾਂ ਬੌਧ ਸਤੂਪਾਂ ਵਿੱਚੋਂ ਇਹ ਵੀ ਇੱਕ ਹੈ। ਇਸ ਸਤੂਪ ਵਿੱਚ ਹੇਠਲੀ ਮੰਜ਼ਿਲ ਉੱਪਰ ਮਹਾਤਮਾ ਬੁੱਧ ਦੀ ਮੂਰਤੀ ਬਣਾਈ ਗਈ ਹੈ ਅਤੇ ਰਾਤ ਨੂੰ ਇਹ ਜਿਹੜਾ ਸਤੂਪਾ ਦੇਖਣ ਵਾਸਤੇ ਬਹੁਤ ਸਾਰੇ ਸੈਲਾਨੀ ਜਿਹੜੇ ਇੱਥੇ ਆਉਂਦੇ ਨੇ ਅਤੇ ਇੱਥੇ ਵੀ ਜਿਹੜਾ ਤੁਸੀਂ ਇੱਕ ਵਾਰੀ ਜ਼ਰੂਰ ਆ ਸਕਦੇ ਹੋ ਅਤੇ ਦੇਖਣ ਨੂੰ ਇਹ ਬਹੁਤ ਹੀ ਖੂਬਸੂਰਤ ਜਿਹੜੀ
ਥਾਂ ਹੈ। ਲੇਹ ਦਾ ਬਾਜ਼ਾਰ ਵੀ ਜਿਹੜਾ ਬੜਾ ਖੂਬਸੂਰਤ ਬਾਜ਼ਾਰ ਹੈ ਇੱਥੋਂ ਇਸ ਬਾਜ਼ਾਰ ਦੇ ਵਿੱਚ ਤੁਹਾਨੂੰ ਜਿਹੜੇ ਬਹੁਤ ਸਾਰੇ ਦੇਸੀ ਤੇ ਵਿਦੇਸ਼ੀ ਸੈਲਾਨੀ ਜਿਹੜੇ ਘੁੰਮਦੇ ਫਿਰਦੇ ਆਮ ਨਜ਼ਰ ਆਉਣਗੇ। ਤੇ ਇਸ ਸ਼ਹਿਰ ਦੇ ਵਿੱਚ ਵੀ ਜਾਂ ਇਸ ਬਾਜ਼ਾਰ ਦੇ ਵਿੱਚ ਵੀ ਕਈ ਛੋਟੇ ਮੋਨੂਮੈਂਟਸ ਬਣੇ ਹੋਏ ਨੇ। ਇਸ ਬਾਜ਼ਾਰ ਦੇ ਵਿੱਚ ਇੱਕ ਪਾਸੇ ਕਰਕੇ ਮੋਨੈਸਟਰੀ ਬਣੀ ਹੋਈ ਹੈ, ਜਿੱਥੇ ਜਦੋਂ ਮੈਂ ਪਹੁੰਚਿਆ ਤਾਂ ਇੱਕ ਧਾਰਮਿਕ ਉਤਸਵ ਜਿਹੜਾ ਉੱਥੇ ਚੱਲ ਰਿਹਾ ਸੀ ਤੇ ਬਹੁਤ ਸਾਰੇ ਲੋਕ ਉਸ ਉਤਸਵ ਦੇ ਵਿੱਚ ਸ਼ਾਮਲ ਹੋ ਕੇ ਤੇ ਆਪਣੀ ਇੱਕ ਪ੍ਰੇਅਰ ਕਰ ਰਹੇ ਸੀ, ਇੱਕ ਜਿਹੜੀ ਪ੍ਰਾਰਥਨਾ ਕਰ ਰਹੇ ਸੀਗੇ ਤੇ ਉੱਥੋਂ ਦੇ ਬਹੁਤ ਸਾਰੇ ਸੈਲਾਨੀ ਉਹਨਾਂ ਨੂੰ ਆਪਣੀਆਂ ਤਸਵੀਰਾਂ ਦੇ ਵਿੱਚ ਕੈਪਚਰ ਕਰ ਰਹੇ ਸੀ। ਤੁਸੀਂ ਜਿਵੇਂ ਇਸ ਬਾਜ਼ਾਰ ਦੇ ਵਿੱਚ ਘੁੰਮਦੇ ਜਾਓਗੇ ਤੁਹਾਨੂੰ ਚਾਰੇ ਪਾਸੇ ਤਿੱਬਤੀਅਨ ਕਲਚਰ ਜਾਂ ਬੌਧ ਧਰਮ ਨਾਲ ਸੰਬੰਧਿਤ ਜਿਹੜੇ ਸਤੂਪਾ ਨੇ ਬਹੁਤ ਸਾਰੇ ਮਿਲ ਜਾਣਗੇ। ਇਹ ਜਿਹੜੇ ਵੱਡੇ ਚੁਰਾਹਿਆਂ ਦੇ ਵਿੱਚ ਇਹਨਾਂ ਨੇ ਇੱਕ ਬੀਲ ਜਾਂ ਇੱਕ ਤਰ੍ਹਾਂ ਦਾ ਚੱਕਰ ਲਾਏ ਹੋਏ ਨੇ, ਇਹਨਾਂ ਨੂੰ ਮਾਨੇ ਆਖਿਆ ਜਾਂਦਾ ਹੈ। ਇਹਨਾਂ ਦਾ ਮੰਨਣਾ ਹੈ ਕਿ ਜਿਵੇਂ ਲੋਕ ਇਹਨੂੰ ਘੁਮਾਉਂਦੇ ਨੇ ਉਵੇਂ ਪ੍ਰੇਅਰ ਹੁੰਦੀ ਹੈ ਤੇ ਜਿਹੜੀ ਪ੍ਰਮਾਤਮਾ ਦੀ ਰਹਿਮਤ ਹੈ ਜਾਂ ਕੁਦਰਤੀ ਰਹਿਮਤ ਹੈ ਉਹਨਾਂ ਦੇ ਉੱਤੇ ਬਣੀ ਰਹਿੰਦੀ ਹੈ। ਇਹਨਾਂ ਮਾਨਿਆਂ ਦੀ ਜਾਂ ਬੌਧ ਥਾਵਾਂ ਦੇ ਉੱਤੇ ਜਿੰਨੀਆਂ ਵੀ ਪੇਂਟਿੰਗਸ ਨੇ ਉਹਨਾਂ ਵਿੱਚ ਵਰਤੇ ਜਾਂਦੇ ਜੇ ਰੰਗ ਤੁਸੀਂ ਗੌਰ ਨਾਲ ਦੇਖੋ ਤਾਂ ਬੜੇ ਪ੍ਰਭਾਵਸ਼ਾਲੀ ਰੰਗ ਨੇ। ਕਿਉਂਕਿ ਇਹਨਾਂ ਦਾ ਇੱਕ ਬਹੁਤ ਵੱਡਾ ਕਾਰਨ ਹੈ ਕਿ ਇਹ ਕੁਦਰਤੀ ਪੱਥਰਾਂ ਤੋਂ ਘਸਾ ਕੇ ਬਣਾਏ ਗਏ ਨੇ ਜਾਂ ਹੋਰ ਕੁਦਰਤੀ ਜਿਹੜਾ ਮਟੀਰੀਅਲ ਇਹਨਾਂ ਵਿੱਚ ਜਿਹੜਾ ਵਰਤਿਆ ਗਿਆ ਹੈਗਾ। ਤੇ ਕਿਸੇ ਵੇਲੇ ਲੇਹ ਦਾ ਜਿਹੜਾ ਬਾਜ਼ਾਰ ਅੱਜ ਨਾਲੋਂ ਬਹੁਤ ਵੱਖਰਾ ਹੁੰਦਾ ਸੀ। ਜਿਵੇਂ ਤੁਸੀਂ ਆ ਤਸਵੀਰਾਂ 'ਚ ਦੇਖ ਰਹੇ ਹੋ, ਲੋਕਾਂ ਨੂੰ ਪਾਣੀ ਭਰਨ ਵਾਸਤੇ ਜਿਹੜੇ ਟੈਂਕਰ ਮੰਗਵਾਉਣੇ ਪੈਂਦੇ ਸੀ, ਕਿਉਂਕਿ ਪਾਣੀ ਦਾ ਕੋਈ ਬਹੁਤਾ ਵੱਡਾ ਜਿਹੜਾ ਇੱਥੇ ਸਾਧਨ ਉਵੇਂ ਨਹੀਂ ਸੀ। ਬਾਹਰੋਂ ਪਾਣੀ ਇੱਥੇ ਬਾਜ਼ਾਰ ਦੇ ਵਿੱਚ ਲਿਆਇਆ ਜਾਂਦਾ ਸੀਗਾ। ਤੇ ਆਮ ਲੋਕ ਜਿਵੇਂ ਪਹਿਲਾਂ ਪਿਛਲੀ ਵੀਡੀਓ 'ਚ ਮੈਂ ਦੱਸਿਆ ਸੀ ਕਿ ਉਹਨਾਂ ਦੇ ਘਰੇ ਕਿਚਨ ਗਾਰਡਨ ਬਣੇ ਹੁੰਦੇ ਨੇ ਤੇ ਕਿਚਨ ਗਾਰਡਨ ਦੇ ਵਿੱਚ ਜਿਹੜੀ ਸਬਜ਼ੀ ਉਹਨਾਂ ਦੇ ਘਰੇ ਵਰਤੀ ਜਾਂਦੀ ਹੈ ਤੇ ਉਸ ਤੋਂ ਇਲਾਵਾ ਜਿਹੜੀ ਸਬਜ਼ੀ ਭਾਜੀ ਬਚ ਜਾਂਦੀ ਹੈ ਉਹਨੂੰ ਉਹ ਬਾਜ਼ਾਰ ਵਿੱਚ ਲਿਆ ਕੇ ਵੇਚ ਲੈਂਦੇ ਨੇ ਤੇ ਇਹਦੇ ਨਾਲ ਜਿਹੜਾ ਉਹਨਾਂ ਨੂੰ ਥੋੜ੍ਹਾ ਬਹੁਤਾ ਆਮਦਨੀ ਵੀ ਹੋ ਜਾਂਦੀ ਹੈ। ਇਸ ਤਰ੍ਹਾਂ ਦੋਸਤੋ ਅਸੀਂ ਲੇਹ ਨੂੰ ਘੁਮਾ ਕੇ ਲੇਹ ਦੇ ਬਾਜ਼ਾਰ ਨੂੰ ਦੇਖਦੇ ਹੋਏ ਆਪਣਾ ਜਿਹੜਾ ਸਫ਼ਰ ਹੈ ਉਹ 4-5 ਦਿਨਾਂ ਬਾਅਦ ਇੱਥੋਂ ਕਰਕੇ ਅਸੀਂ ਮਨਾਲੀ ਵਾਲੇ ਪਾਸੇ ਜਿਹੜਾ ਤੰਗ ਲੁੰਗਲਾ ਪਾਸ ਜਿੱਥੇ ਜਾ ਕੇ ਅੱਜ ਅਸੀਂ ਸਟੇ ਕਰਨਾ ਹੈ ਤੇ ਉੱਥੇ ਜਾ ਕੇ ਪਹੁੰਚ ਜਾਂਦੇ ਹਾਂ। ਤੇ ਬਾਕੀ ਤੁਸੀਂ ਇਸ ਬਾਜ਼ਾਰ ਦੀਆਂ ਤਸਵੀਰਾਂ ਨੂੰ ਜਿਹੜਾ ਇੰਜੋਏ ਕਰੋ। ਬਾਅਦ ਦੇ ਵਿੱਚ ਆਪਾਂ ਮਿਲਦੇ ਹਾਂ। ਲੇਹ ਦੇ ਬਾਰ-ਬਾਰ ਜਿਹੜੀ ਰੋਡ ਹੈ ਇਹ ਜਾ ਰਹੀ ਹੈ ਮਨਾਲੀ ਵਾਲੇ ਪਾਸੇ ਤੇ ਅਸੀਂ ਲੇਹ ਨੂੰ ਅੱਖਾਂ ਵਿੱਚ ਭਰ ਕੇ ਹੁਣ ਮਨਾਲੀ ਦੇ ਰਾਹ ਤੇ ਤੁਰ ਪਏ ਹਾਂ। ਸੋਚਿਆ ਸੀਗਾ ਕਿ ਵੀ ਜਿਹੜਾ ਇੱਕ ਗੋਂਪਾ ਬਣਿਆ ਹੋਇਆ 6 ਗੋਂਪਾ ਉਸ ਨੂੰ ਦੇਖ ਕੇ ਜਾਵਾਂਗੇ, ਕਿਉਂਕਿ ਅਸੀਂ ਜਿਹੜਾ ਥਿਕਸੇ ਹੈ ਜਾਂ ਹੈਮਿਸ ਮੋਨੈਸਟਰੀ ਹੈ ਜਾਂ ਹੈਮਿਸ ਗੋਂਪਾ ਹੈ ਉਹ ਪਿਛਲੇ ਅਸੀਂ ਜਿਹੜਾ ਯਾਤਰਾਵਾਂ ਦੇ ਵਿੱਚ ਟੂਰਾਂ ਦੇ ਵਿੱਚ ਉਹਨੂੰ ਵੇਖ ਚੁੱਕੇ ਹਾਂ। ਇਸ ਵਾਰ ਸਿਰਫ ਸਾਡਾ ਮਕਸਦ ਹੈ ਕਿ 6 ਗੋਂਪਾ ਜਾ ਕੇ ਜਿਹੜਾ ਅਸੀਂ ਦੇਖਾਂਗੇ। ਤੇ ਇਹ ਜਿਹੜਾ ਦਰਿਆ ਸਿੰਧ ਦਰਿਆ ਇਹ ਲੇਹ ਦੇ ਨਾਲ ਵਗਦਾ ਹੈ ਤੇ ਇਹਦੀ ਖੂਬਸੂਰਤੀ ਜਿਹੜੀ ਤੁਸੀਂ ਮਾਣ ਸਕਦੇ ਹੋ। ਤੇ ਸੜਕਾਂ ਦੇ ਆਲੇ ਦੁਆਲੇ ਸਾਨੂੰ ਜਿਹੜੇ
ਬਹੁਤ ਸਾਰੇ ਗੋਂਪੇ ਦਿਖਾਈ ਦਿੰਦੇ ਨੇ। ਤੇ ਜਿਹੜਾ ਸ਼ੇ ਮੋਨੈਸਟਰੀ ਹੈ ਉੱਥੇ ਉਹਦੇ ਆਲੇ ਦੁਆਲੇ ਵੀ ਜਿਹੜੇ ਬਹੁਤ ਸਾਰੇ ਬੋਧੀਆਂ ਦੇ ਕੱਚੇ ਗੋਂਪੇ ਜਿਨ੍ਹਾਂ ਨੂੰ ਚਿੱਟੀ ਜਿਹੜੀ ਕਲੀ ਦੇ ਨਾਲ ਉਹਨਾਂ ਨੇ ਲਿਪਿਆ ਹੁੰਦਾ ਜਾਂ ਜਿਹੜੀ ਚਿੱਟੀ ਕਲੀ ਉਹਨਾਂ ਦੇ ਉੱਤੇ ਕੀਤੀ ਜਾਂਦੀ ਹੈ। ਛੇ ਗੋਂਪਾ ਵੀ ਲੇਹ ਦਾ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਗੋਂਪਾ ਹੈ। ਛੇ ਪੈਲੇਸ ਵੀ ਨੂੰ ਕਹਿ ਦਿੱਤਾ ਜਾਂਦਾ ਅਤੇ ਛੇ ਗੋਂਪੇ ਦੇ ਨਾਲ ਵੀ ਇਹ ਜਿਹੜੀ ਥਾਂ ਪ੍ਰਸਿੱਧ ਹੈ। ਇਸ ਗੋਂਪੇ ਦਾ ਜਿਹੜਾ ਨਿਰਮਾਣ ਹੈ ਉਹ ਰਾਜੇ ਡੈਲਡਨ ਨਮਗਿਆਲ ਨੇ 1650 ਈਸਵੀ ਵਿੱਚ ਕਰਵਾਇਆ। ਇਸ ਗੋਂਪੇ ਵਿੱਚ ਮਹਾਤਮਾ ਬੁੱਧ ਦੀ ਤਾਂਬੇ ਨਾਲ ਬਣੀ 7.5 ਫੁੱਟ ਉੱਚੀ ਜਿਹੜੀ ਤਸਵੀਰ ਹੈ ਜਾਂ ਮੂਰਤੀ ਹੈ ਉਹ ਸਥਾਪਿਤ ਕੀਤੀ ਗਈ ਹੈ। ਤੇ ਇਸ ਮੂਰਤੀ ਦੇ ਉੱਤੇ ਸੋਨੇ ਦੀ ਜਿਹੜੀ ਝਾਲ ਹੈ ਜਾਂ ਸੋਨੇ ਦਾ ਜਿਹੜਾ ਪਾਣੀ ਹੈ, ਪਿਓਰ ਸੋਨੇ ਦਾ ਪਾਣੀ ਉਹ ਚੜਾਇਆ ਹੋਇਆ ਹੈ। ਇਸੇ ਤਰ੍ਹਾਂ ਇਸ ਗੋਂਪੇ ਦੇ ਵਿੱਚ ਇੱਕ ਹੋਰ ਚੌਟਨ ਬਣਿਆ ਹੋਇਆ ਹੈ, ਜਿਸ ਚੌਟਨ ਨੂੰ ਜਿਹੜਾ ਜਿੱਤ ਦਾ ਚੌਟਨ ਵੀ ਆਖਿਆ ਜਾਂਦਾ ਤੇ ਜਿਸ ਦਾ ਨਾਂ ਹੈਗਾ ਨਮਗਿਆਲ ਚੌਟਨ। ਇਸ ਚੌਟਨ ਦਾ ਜਾਂ ਇਸ ਗੋਂਪੇ ਦਾ ਜਿਹੜਾ ਸਿਖਰ ਹੈ ਉਹ ਵੀ ਸੋਨੇ ਦਾ ਬਣਿਆ ਹੋਇਆ ਹੈ। ਇਸ ਕਰਕੇ ਇਸ ਜਿਹੜੀ ਮੋਨੈਸਟਰੀ ਦੀ ਜਾਂ ਇਸ ਗੋਂਪੇ ਦੀ ਜਾਂ ਇਸ ਜਿਹੜੀ ਛੇ ਪੈਲੇਸ ਦੀ ਜਿਹੜੀ ਮਹੱਤਤਾ ਹੈ ਉਹ ਪੂਰੇ ਲੇਹ ਦੇ ਵਿੱਚ ਜਿਹੜੀ ਸਭ ਤੋਂ ਵੱਧ ਮੰਨੀ ਜਾਂਦੀ ਹੈ। ਤੇ ਇਸੇ ਤਰ੍ਹਾਂ ਇੱਥੇ ਵੀ ਜਿਹੜਾ ਸ਼ਾਹੀ ਪਰਿਵਾਰ ਰਹਿੰਦਾ ਸੀਗਾ ਉਹਨੂੰ ਵੀ ਡੋਗਰਿਆਂ ਕਰਕੇ ਜਿਹੜਾ ਸਟਾਕ ਪੈਲੇਸ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀਗਾ। ਇਸ ਤਰ੍ਹਾਂ ਅਸੀਂ ਛੇ ਗੋਂਪੇ ਨੂੰ ਦੇਖ ਕੇ ਆਪਣੇ ਪਹਿਲੇ ਪੜਾਅ ਉਪਸ਼ੀ ਤੱਕ ਜਿਹੜਾ ਪਹੁੰਚ ਜਾਂਦੇ ਆ। ਉਪਸ਼ੀ ਵਿੱਚ ਸਾਨੂੰ ਇੱਕ ਅਫਸਰ ਮਿਲਿਆ ਜਿਸ ਨੇ ਸਾਨੂੰ ਹੱਲਾਸ਼ੇਰੀ ਵੀ ਦਿੱਤੀ, ਸਾਡਾ ਹੌਸਲਾ ਅਫਜ਼ਾਈ ਵੀ ਕੀਤੀ। ਤੇ ਉਹ ਜਿਸ ਪਰਿਵਾਰ ਨੂੰ ਆਪਣੇ ਨਾਲ ਘੁਮਾ ਰਿਹਾ ਸੀ ਉਸ ਪਰਿਵਾਰ ਨੇ ਸਾਡੇ ਨਾਲ ਫੋਟੋਆਂ ਵੀ ਖਿਚਵਾਈਆਂ ਤੇ ਸਾਨੂੰ ਇੱਕ ਰਹਿਣ ਵਾਸਤੇ ਇੱਕ ਜਗ੍ਹਾ ਵੀ ਆਫਰ ਕੀਤੀ। ਤੇ ਉੱਥੇ ਇੱਕ ਜਿਹੜਾ ਸੀਗਾ ਉਪਸ਼ੀ ਜਿਹੜਾ ਪਸ਼ਮੀਨਾ ਗੋਟ ਪ੍ਰੋਜੈਕਟ ਸੀਗਾ ਜਿਹੜਾ ਉਹਦੇ ਵਿੱਚ ਜਿਹੜੇ ਉੱਥੇ ਉਹਨਾਂ ਨੇ ਫੋਨ ਕਰਕੇ ਸਾਨੂੰ ਕਹਿਤਾ ਸੀ ਕਿ ਤੁਸੀਂ ਆਪਣਾ ਟੈਂਟ ਜਿਹੜਾ ਉੱਥੇ ਲਾ ਸਕਦੇ ਹੋ। ਅਸੀਂ ਅੱਜ ਦੀ ਰਾਤ ਆ ਜਿਹੜੀ ਉੱਥੇ ਟੈਂਟ ਲਾ ਕੇ ਬਿਤਾਈ। ਅਸੀਂ ਪਹਿਲੀ ਵਾਰੀ ਦੇਖਿਆ ਕਿ ਪਸ਼ਮੀਨਾ ਗੋਟਸ ਭਾਵ ਜਿਨ੍ਹਾਂ ਬਾਲਾਂ ਤੋਂ ਜਿਹੜੇ ਮਹਿੰਗੇ ਜਿਹੜੇ ਸ਼ਾਲ ਬਣਦੇ ਸੀਗੇ ਜਾਂ ਸਟਾਲ ਬਣਦੇ ਸੀਗੇ ਉਹ ਅਸੀਂ ਬੱਕਰੀਆਂ ਪਹਿਲੀ ਵਾਰੀ ਦੇਖੀਆਂ ਕਿ ਕਿਵੇਂ ਉਹਨਾਂ ਦੇ ਪਿੰਡੇ ਦੇ ਉੱਤੇ ਜਿਹੜੀ ਲੂਈ ਲੂੰ ਹੈ ਜਾਂ ਨਰਮ ਲੂੰ ਆ ਉਹ ਕਿਵੇਂ ਉਹਨਾਂ ਤੋਂ ਉਤਾਰੀ ਜਾਂਦੀ ਸੀ। ਉੱਥੇ ਸਾਨੂੰ ਜਿਹੜੇ ਦੋ ਮੁੰਡੇ ਮਿਲੇ ਸੀ, ਬਹੁਤ ਹੀ ਜਿਹੜੇ ਲਾਇਕ ਮੁੰਡੇ ਸੀ, ਉਹ ਨਾਲ ਪੜ੍ਹਦੇ ਵੀ ਸੀ ਤੇ ਨਾਲ ਇੱਥੇ ਨੌਕਰੀ ਵੀ ਕਰਦੇ ਸੀ। ਅਸੀਂ ਉਹਨਾਂ ਨੂੰ ਹੌਸਲਾ ਦੇ ਕੇ ਜਾਂ ਉਹਨਾਂ ਦੀ ਹੱਲਾਸ਼ੇਰੀ ਦੇ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਪੜ੍ਹਾਈ ਨਾ ਛੱਡਿਓ ਤੇ ਲਗਾਤਾਰ ਅੱਗੇ ਵਧਦੇ ਰਹੋ। ਤੇ ਉਹਨਾਂ ਨਾਲ ਅਸੀਂ ਬਹੁਤ ਵਧੀਆ ਜਿਹੜਾ ਟਾਈਮ ਸਪੈਂਡ ਕੀਤਾ। ਉਹਨਾਂ ਨਾਲ ਖਾਣਾ ਖਾਧਾ ਤੇ ਉਹਨਾਂ ਨੇ ਸਾਡੇ ਵਾਸਤੇ ਖਾਣਾ ਬਣਾਇਆ ਤੇ ਉਸ ਦੇ ਪਾਰਕ 'ਚ ਅਸੀਂ ਟੈਂਟ ਲਾ ਕੇ ਰਾਤ ਨੂੰ ਉੱਥੇ ਸੌਂ ਗਏ। ਅਗਲੀ ਸਵੇਰ ਉਹਨਾਂ ਤੋਂ ਅਸੀਂ ਅਲਵਿਦਾ ਲੈ ਕੇ ਮਨਾਲੀ ਵਾਲੇ ਪਾਸੇ ਚੱਲ ਪਏ ਸੀ ਤੇ ਅਸੀਂ ਸੋਚਿਆ ਸੀ ਕਿ ਤਾਂਗਲਾਂਗਲਾ ਪਹੁੰਚ ਜਾਵਾਂਗੇ, ਲੇਕਿਨ ਤਾਂਗਲਾਂਗਲਾ ਜਿਹੜਾ ਇੱਥੋਂ ਕਾਫੀ ਦੂਰ ਸੀਗਾ ਤੇ ਇਸ ਕਰਕੇ ਅਸੀਂ ਆਲੇ ਦੁਆਲੇ ਦੀ ਜਿਹੜੀ ਲੈਂਡਸਕੇਪ ਸੀ ਜਾਂ ਜਿਹੜੀ ਖੂਬਸੂਰਤੀ ਸੀ ਉਹਨੂੰ ਮਾਣਦੇ, ਲੋਕਾਂ ਨਾਲ ਗੱਲਾਂ ਕਰਦੇ, ਮਜ਼ਦੂਰਾਂ ਨੂੰ ਦੇਖਦੇ ਤੇ ਨਾਲ ਵਗਦੇ ਦਰਿਆ ਦੇ ਵਿੱਚੋਂ ਪਾਣੀ ਪੀਂਦੇ, ਆਰਾਮ ਕਰਦੇ, ਛੋਟੇ ਪਲਾਂ ਨੂੰ, ਅਹਿਸਾਸਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕਰਕੇ ਤੇ ਮਨਾਂ 'ਚ ਕੈਦ ਕਰਕੇ ਲਗਾਤਾਰ ਅੱਗੇ ਵਧਦੇ ਰਹੇ। ਇਸ ਸਟ੍ਰੈਚ ਦੇ ਵਿੱਚ ਜਿਹੜੇ ਲੈਂਡਸਕੇਪ ਦੇ ਵਿੱਚ ਅਸੀਂ ਜਾ ਰਹੇ ਹਾਂ ਇਹਦੇ ਵਿੱਚ ਹਰਿਆਵਲ ਬਹੁਤ ਘੱਟ ਸੀਗੀ। ਹਰਿਆਵਲ ਸਾਨੂੰ ਉੱਥੇ ਮਿਲੀ ਜਿੱਥੇ ਥੋੜ੍ਹੇ ਬਹੁਤ ਜਿਹੜੇ ਪਿੰਡ ਸੀ ਬਸੇ ਹੋਏ ਸੀਗੇ। ਇਸ ਰਾਸਤੇ ਦੇ ਵਿੱਚ ਕਮਾਲ ਦੀ ਗੱਲ ਇਹ ਹੋਈ ਕਿ ਇੱਕ ਪਿੰਡ ਆਇਆ ਲਾਤੋ।
ਤੇ ਲਾਤੋ ਜਦੋਂ ਅਸੀਂ ਪਹੁੰਚੇ ਤੇ ਉੱਥੇ ਇੱਕ ਰੈਸਟੋਰੈਂਟ ਦੇ ਵਿੱਚ ਜਦੋਂ ਅਸੀਂ ਆਰਾਮ ਕੀਤਾ, ਚਾਹ ਪੀਤੀ ਤੇ ਉਹਨਾਂ ਕੋਲ ਮੈਗੀ ਖਾਧੀ, ਤੇ ਜਦੋਂ ਗੱਲਾਂ ਵਿੱਚ ਪਤਾ ਲੱਗਿਆ ਕਿ ਜਿਹੜੀ ਔਰਤ ਉੱਥੇ ਮੈਗੀ ਬਣਾ ਰਹੀ ਸੀ ਜਾਂ ਚਾਹ ਬਣਾ ਰਹੀ ਸੀ ਜਾਂ ਉਸ ਰੈਸਟੋਰੈਂਟ ਨੂੰ ਚਲਾ ਰਹੀ ਸੀਗੀ, ਉਹਦੀ ਬੇਟੀ ਹੈ ਜਿਹੜੀ, ਉਹ ਮੇਰੇ ਕਾਲਜ ਵਿੱਚ ਚੰਡੀਗੜ੍ਹ 'ਚ ਪੜ੍ਹ ਰਹੀ ਸੀਗੀ। ਉਹ ਇਹ ਸੀ ਕਿ ਉਹ ਪੰਜਾਬੀ ਤਾਂ ਨਹੀਂ ਸੀ ਆਉਂਦੀ, ਲੇਕਿਨ ਉਹ ਇਤਿਹਾਸ ਦੀ ਵਿਦਿਆਰਥਣ ਸੀ। ਜਦੋਂ ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਉੱਥੇ ਪੜ੍ਹਾਉਣਾ, ਤੇ ਉਹ ਵੀ ਬਹੁਤ ਖੁਸ਼ ਹੋਈ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ। ਜਿਵੇਂ ਆਪਾਂ ਪਿਛਲੇ ਐਪੀਸੋਡ 'ਚ ਗੱਲ ਕੀਤੀ ਸੀ ਕਿ ਲੇਹ ਦੇ ਜਿਹੜੇ ਬੱਚੇ ਨੇ, ਖਾਸ ਕਰਕੇ ਕੁੜੀਆਂ ਨੇ, ਉਹ ਆਪਣੇ ਘਰਾਂ ਦੇ ਵਿੱਚ, ਆਪਣੇ ਆਲੇ ਦੁਆਲੇ ਦੇ ਵਿੱਚ ਜਾਂ ਆਪਣੇ ਛੋਟੇ ਰੈਸਟੋਰੈਂਟ ਨੇ ਜਿਹੜੇ ਉਹ ਚਲਾ ਰਹੀਆਂ ਨੇ, ਉੱਥੇ ਕੰਮ ਧੰਦੇ ਕਰਦੀਆਂ ਨੇ, ਉਹਨਾਂ ਨੂੰ ਕੋਈ ਇਸ ਚੀਜ਼ ਦੀ ਸ਼ਰਮ ਨਹੀਂ। ਤੇ ਮੈਨੂੰ ਇਹ ਉਹਨਾਂ ਦੀ ਗੱਲ ਬਹੁਤ ਹੀ ਵਧੀਆ ਲੱਗੀ ਤੇ ਮੈਂ ਉਹਨਾਂ ਨੂੰ ਇਸ ਚੀਜ਼ ਦੀ ਵਧਾਈ ਵੀ ਦਿੱਤੀ ਕਿ ਤੁਸੀਂ ਬਹੁਤ ਵਧੀਆ ਜਿਹੜਾ ਕੰਮ ਕਰ ਰਹੇ ਹੋ। ਤੇ ਇਸ ਤਰ੍ਹਾਂ ਬਹੁਤ ਸਾਰੇ ਇੰਸੀਡੈਂਟ ਇਸ ਤਰ੍ਹਾਂ ਦੇ ਵਾਪਰਦੇ ਨੇ ਰਸਤੇ ਦੇ ਵਿੱਚ, ਜਿਹੜੇ ਤੁਸੀਂ ਕਦੇ ਸੋਚੇ ਨਹੀਂ ਹੁੰਦਾ। ਇੱਕ ਅਧਿਆਪਕ ਦੀ, ਇੱਕ ਟੀਚਰ ਦੀ ਮੇਰੇ ਖਿਆਲ 'ਚ ਕਮਾਈ ਵੀ ਇਹੀ ਹੁੰਦੀ ਹੈ ਕਿ ਜਿੱਥੇ ਉਹਨੂੰ ਕੋਈ ਉਹਦਾ ਵਿਦਿਆਰਥੀ ਜਾਂ ਵਿਦਿਆਰਥਣ ਮਿਲ ਜਾਂਦੀ ਹੈ ਤਾਂ ਉਸਨੂੰ ਪਹਿਚਾਣ ਲੈਂਦੀ, ਉਹਦੀ ਰਿਸਪੈਕਟ ਕਰਦੇ ਨੇ, ਇੱਜ਼ਤ ਕਰਦੇ ਨੇ, ਉਹਨੂੰ ਖੁਸ਼ ਹੋ ਕੇ ਮਿਲਦੇ ਨੇ। ਮੇਰੇ ਖਿਆਲ 'ਚ ਇਹ ਸਭ ਤੋਂ ਵੱਡੀ ਇੱਕ ਅਧਿਆਪਕ ਦੀ ਕਮਾਈ ਹੁੰਦੀ ਹੈ। ਅਸੀਂ ਉਹਨਾਂ ਕੋਲ ਚਾਹ ਤੇ ਮੈਗੀ ਪੀ ਕੇ ਆਪਣੇ ਅਗਲੇ ਸਫ਼ਰ ਵੱਲ ਜਿਹੜਾ ਚੱਲ ਵੜਦੇ ਹਾਂ। ਹੁਣ ਜਿਹੜੇ ਪਹਾੜ ਸੀ ਥੋੜ੍ਹੇ ਜਿਹੇ ਖੁਸ਼ਕ ਹੋ ਗਏ ਸੀ। ਪਹਾੜਾਂ ਦਾ ਰੰਗ ਤੁਸੀਂ ਦੇਖ ਹੀ ਰਹੇ ਹੋ ਕਿ ਬਹੁਤ ਖੂਬਸੂਰਤ ਹੈ ਤੇ ਇਸ ਨੂੰ ਇੱਥੇ ਆ ਕੇ ਹੀ ਮਾਣਿਆ ਜਾ ਸਕਦਾ ਹੈ। ਤੇ ਸਾਰੇ ਲੇਹ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਚਿੱਟੇ ਚੌਟਨ ਨੇ ਜਾਂ ਗੋਂਪੇ ਨੇ ਉਹ ਮਿਲ ਜਾਣਗੇ। ਜਦੋਂ ਮੈਂ ਇੱਕ ਬੋਧੀ ਨਾਲ ਗੱਲ ਕੀਤੀ ਕਿ ਇਹਨਾਂ ਚੌਟਨ ਦੇ ਵਿੱਚ ਕੀ ਹੈ, ਤਾਂ ਉਹਨਾਂ ਨੇ ਦੱਸਿਆ ਕਿ ਇਹਨਾਂ ਚੌਟਨ ਦੇ ਥੱਲੇ ਜਿਹੜੇ ਸਾਡੇ ਬਜ਼ੁਰਗ ਨੇ, ਅਸੀਂ ਉਹਨਾਂ ਦੀ ਅਸਥੀਆਂ ਨੇ ਜਾਂ ਹੱਡੀਆਂ ਦਬਾ ਦਿੰਦੇ ਹਾਂ ਤੇ ਉੱਤੇ ਚੌਟਨ ਬਣਾ ਦਿੰਦੇ ਹਾਂ। ਉਹਨਾਂ ਦੀ ਯਾਦ ਵਿੱਚ ਬਣਾਏ ਗਏ ਬਹੁਤ ਸਾਰੇ ਚੌਟਨ ਤੁਹਾਨੂੰ ਆਮ ਕਰਕੇ ਮਿਲ ਜਾਣਗੇ। ਰਸਤੇ ਦੇ ਵਿੱਚ ਬਹੁਤ ਸਾਰੇ ਕੰਮ ਕਰਨ ਵਾਲੇ ਲੋਕ ਜਿਹੜੇ ਮਿਲੇ, ਮੈਨੂੰ ਪਤਾ ਨਹੀਂ ਕਿ ਉਹਨਾਂ ਨੂੰ ਦੇਖ ਕੇ ਖੁਸ਼ੀ ਹੁੰਦੀ ਹੈ। ਉਹਨਾਂ ਨੂੰ ਮੈਂ ਗੱਲਾਂ ਕਰਦਾ ਮਿਲਦਾ, ਉਹਨਾਂ ਨੇ ਸਾਨੂੰ ਕੋਲੇ ਬਿਠਾਇਆ, ਚਾਹ ਪਿਆਈ ਤੇ ਪਹਿਲੀ ਵਾਰੀ ਇੱਥੇ ਮੈਂ ਅਸਲੀ ਮੋਮੋ ਸੀ ਜਿਹੜੇ ਉਹਨਾਂ ਦਾ ਸਵਾਦ ਲਿਆ। ਆਟੇ ਦੇ ਮੋਮੋ ਇੱਥੇ ਬਣਾਉਂਦੇ ਨੇ। ਇਸ ਤਰ੍ਹਾਂ ਅਸੀਂ ਉਹਨਾਂ ਤੋਂ ਚਾਹ ਪੀ ਕੇ ਰੁਖਸਤ ਹੋ ਗਏ ਤੇ ਅਗਲਾ ਜਿਹੜਾ ਪਿੰਡ ਸਾਨੂੰ ਨਜ਼ਰ ਪਿਆ ਉਹ ਸੀ ਗਿਆ ਦਾ ਪਿੰਡ ਹੈ, ਜਿਹੜਾ ਥੋੜ੍ਹਾ ਜਿਹਾ ਸੜਕ ਨਾਲੋਂ ਉੱਪਰ ਉੱਠ ਕੇ ਜਿਹੜਾ ਬਣਿਆ ਹੋਇਆ ਸੀ, ਉਚਾਈ 'ਤੇ ਥੋੜ੍ਹਾ ਬਣਿਆ ਹੋਇਆ ਸੀਗਾ। ਉੱਥੇ ਪੜ੍ਹਨ ਵਾਲੇ ਬੱਚੇ ਸਾਨੂੰ ਰਾਸਤੇ 'ਚ ਮਿਲੇ। ਇਸ ਤਰ੍ਹਾਂ ਲੱਗਦਾ ਸੀ ਜਿਵੇਂ ਕੌਨਵੈਂਟ ਸਕੂਲ ਦੇ ਬੱਚੇ ਹੋਣ, ਤੇ ਉਹਨਾਂ ਨੇ ਸਾਡੇ ਨਾਲ ਫੋਟੋਆਂ ਖਿਚਵਾਈਆਂ ਤੇ ਅਸੀਂ ਉਹਨਾਂ ਫੋਟੋ ਖਿਚਵਾ ਕੇ ਅਗਲੇ ਪਿੰਡ ਹੈ ਜਿਹੜਾ ਸਸੋਮਾ ਅਸੀਂ ਪਹੁੰਚ ਜਾਂਦੇ ਹਾਂ। ਸਸੋਮਾ ਵੀ ਜਿਹੜਾ ਇੱਕ ਇਸੇ ਤਰ੍ਹਾਂ ਦਾ ਪਹਾੜੀ ਜਿਹੜਾ ਇਸ ਤਰ੍ਹਾਂ ਦਾ ਇੱਕ ਲੋਕਲ ਜਿਹਾ ਪਿੰਡ ਹੈ, ਛੋਟਾ ਜਿਹਾ ਪਿੰਡ ਹੈ, 25-30 ਘਰ ਮਸੀਂ ਉੱਥੇ ਹੋਣਗੇ। ਸਸੋਮਾ ਤੋਂ ਬਾਅਦ ਅਸੀਂ ਇੱਕ ਜਿਹੜਾ ਜਿੱਥੇ ਅਸੀਂ ਅੱਜ ਰੁਕਾਂਗੇ, ਸਾਡੇ ਤੋਂ ਕਿਉਂਕਿ ਤਾਂਗਲੰਗ ਅੱਜ ਪਹੁੰਚਿਆ ਨਹੀਂ ਜਾਣਾ, ਉਹ ਹੈਗਾ ਰੂਮਸੇ। ਅਸੀਂ ਜਦੋਂ ਪਹੁੰਚੇ ਤਾਂ ਇੱਕ ਜਿਹੜੀ ਸੱਜੇ ਪਾਸੇ ਚਾਹ ਦੀ ਦੁਕਾਨ ਸੀ, ਉੱਥੇ ਅਸੀਂ ਚਾਹ ਪੀਤੀ ਤੇ ਉੱਥੇ ਸਾਨੂੰ 2-3 ਫੋਰਨਰ ਵੀ ਮਿਲੇ ਤੇ ਇੱਕ ਜਿਹੜਾ ਫੋਰਨਰ ਸੀਗਾ ਉਹ ਸਾਨੂੰ ਦੇਖ ਕੇ ਬਹੁਤ ਖੁਸ਼ ਹੋਇਆ, ਕਿਉਂਕਿ ਉਹ ਸੋਚ ਰਿਹਾ ਸੀ ਕਿ ਹਿੰਦੁਸਤਾਨ ਦੇ ਲੋਕ ਜਿਹੜੇ ਸਾਈਕਲਿੰਗ ਬਿਲਕੁਲ ਨਹੀਂ ਕਰਦੇ। ਸਾਨੂੰ ਬੜੀ ਹੱਲਾਸ਼ੇਰੀ ਮਿਲੀ, ਸਾਡੇ ਮਾਈਂਡ ਦੇ ਵਿੱਚ ਬੜਾ ਇੱਕ ਤਰ੍ਹਾਂ ਦਾ ਸਕੂਨ ਪੈਦਾ ਹੋਇਆ ਕਿ ਅਸੀਂ ਵੀ ਇਹ ਕੰਮ ਜਿਹੜਾ ਕਰ ਸਕਦੇ ਹਾਂ। ਤੇ ਹੁਣ ਅਸੀਂ ਰੂਮਸੇ ਜਿਹੜਾ ਸਟੇ ਕਰਾਂਗੇ ਅੱਜ, ਤੇ ਅਗਲਾ ਸਫ਼ਰ ਜਿਹੜਾ ਅਸੀਂ ਕੱਲ੍ਹ ਸ਼ੁਰੂ ਕਰਾਂਗੇ। ਜਦੋਂ ਅਸੀਂ ਸਵੇਰੇ ਉੱਠੇ ਤਾਂ ਕਾਫੀ ਧੁੱਪ ਹੈ ਜਿਹੜੀ ਨਿਕਲ ਚੁੱਕੀ ਸੀ। ਜਿੱਥੇ ਅਸੀਂ ਸੁੱਤੇ ਸੀ ਰਾਤ ਨੂੰ, ਉਦੋਂ ਤਾਂ ਉਹ ਜਗ੍ਹਾ ਨਜ਼ਰ ਨਹੀਂ ਆਈ, ਪਰ ਜਦੋਂ ਸਵੇਰੇ ਉੱਠੇ ਤਾਂ ਬਹੁਤ ਹੀ ਖੂਬਸੂਰਤ ਜਗ੍ਹਾ ਸੀ। ਆਲੇ ਦੁਆਲੇ ਜਿਹੜੇ ਘੋੜੇ ਸੀ, ਖੱਚਰ ਸੀ, ਉਹ ਚਰਾਨ ਦੇ ਵਿੱਚ ਚੱਲ ਰਹੇ ਸੀ ਤੇ ਅਸੀਂ ਫਿਰ ਨਵੀਂ ਬਣੀ ਸੜਕ ਦੇ ਉੱਤੇ ਚਾਲੇ ਪਾਤੇ। ਬਹੁਤ ਸੋਹਣਾ ਲੈਂਡਸਕੇਪ ਜਿਹੜਾ ਸਾਡੇ ਸਾਹਮਣੇ ਸੀਗਾ ਤੇ ਕੁਦਰਤ ਦੀ ਕਿਆਮਤ ਦੇਖੋ ਕਿ ਸਾਨੂੰ ਟੂਰਿਸਟਾਂ ਨੂੰ ਇਹ ਥਾਵਾਂ ਬਹੁਤ ਸੋਹਣੀਆਂ ਲੱਗਦੀਆਂ ਨੇ, ਪਰ ਜਿਹੜੇ ਇੱਥੋਂ ਦੇ ਲੋਕ ਇੱਥੇ ਰਹਿੰਦੇ ਨੇ ਉਹਨਾਂ ਵਾਸਤੇ ਨੋਰਮਲ ਨੇ। ਪਰ ਇਹ ਜਿਹੜਾ ਐਕਸਪੀਰੀਅੰਸ ਹੈ, ਜਿਹੜਾ ਇਹ ਇੱਕ ਤਜਰਬਾ ਹੈ, ਉਹ ਉਸੇ ਲੈਂਡਸਕੇਪ 'ਚ ਜਾਂ ਉਸੇ ਧਰਤੀ 'ਤੇ ਜਾ ਕੇ ਅਸੀਂ ਕਰ ਸਕਦੇ ਹਾਂ, ਉਸ ਤੋਂ ਬਿਨਾਂ ਨਹੀਂ ਕਰ ਸਕਦੇ। ਤੇ ਜਿਵੇਂ ਅਸੀਂ ਉੱਪਰ ਪਾਸ ਵੱਲ ਵੱਧ ਰਹੇ ਸੀ, ਉਵੇਂ ਠੰਡ ਸੀ ਜਿਹੜੀ ਉਹ ਵੀ ਵੱਧ ਰਹੀ ਸੀ। ਰਾਸਤੇ ਦੇ ਵਿੱਚ ਸਾਨੂੰ ਬਹੁਤ ਸਾਰੇ ਛੋਟੇ ਗਲੇਸ਼ੀਅਰ ਸੀ, ਜਿਹੜੇ ਬਰਫ਼ਾਂ ਦੇ ਜੰਮੇ ਹੋਏ ਪਹਾੜ ਸੀ, ਉਹ ਮਿਲੇ ਤੇ ਉਹਨਾਂ ਨੂੰ ਕੱਟ ਕੇ ਕਈ ਥਾਂ ਤੋਂ ਰਾਸਤਾ ਬਣਾਇਆ ਹੋਇਆ ਸੀਗਾ। ਅਸੀਂ ਉਸ ਜਿੱਥੇ ਗਲੇਸ਼ੀਅਰ ਸੀ ਉੱਥੇ ਸੜਕ ਸੀ ਜਿਹੜੀ ਕਾਫੀ ਟੁੱਟੀ ਹੋਈ ਸੀ, ਇਸ ਕਰਕੇ ਅਸੀਂ ਉਸ ਚਿੱਕੜ ਦੇ ਵਿੱਚੋਂ ਹੌਲੀ
ਆਪਣੀ ਜਿਹੜੀ ਮੰਜ਼ਿਲ ਵੱਲ ਅੱਗੇ ਵੱਧਦੇ ਗਏ। ਰਸਤੇ ਦੇ ਵਿੱਚ ਇੱਕ ਅਸੀਂ ਉਹ ਥਾਂ ਵੀ ਦੇਖੀ ਜਿਹੜੀ ਥਾਂ ਬਾਰੇ ਮੈਂ ਤੁਹਾਨੂੰ ਦੱਸਣ ਲੱਗਿਆ ਕਿ ਉੱਥੇ ਇੱਕ ਟੈਂਟ ਲੱਗਿਆ ਹੋਇਆ ਸੀ ਬੜਾ ਪੁਰਾਣਾ। ਤੇ ਜਦੋਂ ਸਾਨੂੰ ਪਿੱਛੇ ਅਸੀਂ ਇੱਕ ਚਾਹ ਪੀਤੀ ਸੀ ਰੂਮ 'ਚ, ਤੇ ਉੱਥੇ ਵੀ ਸਾਨੂੰ ਦੱਸਿਆ ਸੀ ਕਿ ਜਿਹੜਾ ਇਸ ਟੈਂਟ ਦੇ ਵਿੱਚ ਬੰਦਾ ਰਹਿੰਦਾ ਹੈ ਉਹ ਰਾਤ ਨੂੰ ਵੀ ਇੱਥੇ ਹੀ ਰਹਿੰਦਾ ਹੈ, ਕਿਉਂਕਿ ਇੱਥੇ ਰਾਤ ਨੂੰ ਮਾਈਨਸ ਟੈਂਪਰੇਚਰ ਹੋ ਜਾਂਦਾ, -15 30 ਡਿਗਰੀ ਤੱਕ ਚਲੇ ਜਾਂਦਾ ਹੈ। ਪਰ ਕਹਿੰਦੇ ਉਹ ਮਸਤ ਮੌਲਾ ਬੰਦਾ ਹੈ, ਉਹ ਕਦੇ ਵੀ ਥੱਲੇ ਨਹੀਂ ਜਾਂਦਾ, ਤੇ ਉਹ ਇੱਥੇ ਹੀ ਰਹਿੰਦਾ। ਇਸ ਕਰਕੇ ਟੈਂਟ ਦੇ ਵਿੱਚ ਜਿਹੜਾ ਉਹਦਾ ਨਿਵਾਸ ਹੈ ਤੁਸੀਂ ਦੇਖ ਸਕਦੇ ਹੋ, ਤੇ ਲੋਕ ਇੱਥੇ ਉਹਨੂੰ ਖਾਣ ਪੀਣ ਨੂੰ ਦੇ ਜਾਂਦੇ ਨੇ, ਤੇ ਉਹ ਇਸੇ ਤਰ੍ਹਾਂ ਆਪਣੀ ਜ਼ਿੰਦਗੀ ਨਿਰਵਾਹ ਜਿਹੜਾ ਇੱਥੇ ਉਹ ਕਰ ਰਿਹਾ ਹੈ। ਤੇ ਦੇਖੋ ਅਸੀਂ ਤਾਂਗਲੰਗਲਾ ਵੱਲ ਜਿਵੇਂ ਜਿਵੇਂ ਵੱਧ ਰਹੇ ਹਾਂ ਉਵੇਂ ਉਵੇਂ ਜਿਹੜੇ ਬਰਫ਼ ਹੈ ਉਹ ਵੀ ਹੋਰ ਵੱਧ ਰਹੀ ਹੈ, ਪਰ ਰਾਸਤਾ ਫਿਰ ਵੀ ਠੀਕ ਹੈ। ਅਸੀਂ ਲਗਾਤਾਰ ਇਸ ਰਾਸਤੇ ਤੇ ਅੱਗੇ ਚੱਲਦੇ ਜਾਂਦੇ ਹਾਂ। ਰਸਤਾ ਕਈ ਥਾਂ ਤੇ ਖਰਾਬ ਹੈ ਜਾਂ ਇੰਨੀ ਚੜ੍ਹਾਈ ਆ ਜਾਂਦੀ ਹੈ, ਤੇ ਜ਼ਰੂਰੀ ਨਹੀਂ ਕਿ ਸਾਈਕਲ ਤੇ ਚੜ੍ਹ ਕੇ ਹੀ ਉਸ ਰਸਤੇ ਨੂੰ ਪਾਰ ਕੀਤਾ ਜਾਵੇ। ਜਾਂ ਅਸੀਂ ਥੱਕ ਜਾਂਦੇ ਹਾਂ ਤਾਂ ਸਾਈਕਲ ਸਾਨੂੰ ਕਈ ਥਾਂ ਤੇ ਰੋੜਨਾ ਵੀ ਪੈਂਦਾ ਹੈ। ਅਸੀਂ ਰੋੜ ਕੇ ਵੀ ਸਾਈਕਲ ਜਿਹੜੀ ਚੜ੍ਹਾਈ ਹੈ ਉਹ ਕਈ ਥਾਂ ਤੇ ਚੜ੍ਹੀ ਹੈ। ਇਹਦੇ ਵਿੱਚ ਸ਼ਰਮ ਵਾਲੀ ਕੋਈ ਗੱਲ ਨਹੀਂ ਹੁੰਦੀ, ਕਿਉਂਕਿ ਸਾਈਕਲ ਦੀ ਚੈਨ ਟੁੱਟਣ ਦੇ ਨਾਲੋਂ ਜਾਂ ਤੁਸੀਂ ਆਪਣਾ ਸਾਹ ਫਲਾਉਣ ਦੇ ਨਾਲੋਂ ਥੋੜ੍ਹੀ ਦੇਰ ਤੁਰ ਕੇ ਚਲੇ ਜਾਓ ਤਾਂ ਇਸ ਗੱਲ ਦੇ ਵਿੱਚ ਤੁਹਾਡੀ ਚੰਗੀ ਗੱਲ ਹੁੰਦੀ ਹੈ ਤੁਹਾਡੇ ਵਾਸਤੇ। ਤੇ ਅੱਗੇ ਅੱਗੇ ਜਿਵੇਂ ਅਸੀਂ ਗਏ, ਬਹੁਤ ਸੋਹਣਾ ਖੂਬਸੂਰਤ ਨਜ਼ਾਰੇ ਨੇ ਜਿਹੜੇ, ਜਿਨ੍ਹਾਂ ਨੂੰ ਦੇਖ ਦੇਖ ਕੇ ਅੱਖਾਂ ਰੱਜ ਨਹੀਂ ਸੀ ਰਹੀਆਂ। ਅਸੀਂ ਲੱਗਦਾ ਸੀ ਕਿਸੇ ਜੰਨਤ 'ਚ ਪਹੁੰਚ ਗਏ ਹੋਈਏ। ਮੇਰੇ ਖਿਆਲ 'ਚ ਜੇ ਕੁਦਰਤ ਨੇ ਕੋਈ ਸਵਰਗ ਬਣਾਇਆ ਹੋਊਗਾ ਤਾਂ ਉਹ ਇਸ ਤੋਂ ਚੰਗਾ ਤਾਂ ਨਹੀਂ ਹੋ ਸਕਦਾ। ਮੇਰੇ ਖਿਆਲ 'ਚ ਆਹੀ ਸਵਰਗ ਸੀ। ਇਸ ਤਰ੍ਹਾਂ ਕਰਦੇ ਕਰਾਉਂਦੇ ਅਸੀਂ ਲਗਭਗ 6 ਵਜੇ ਦੇ ਆਸ-ਪਾਸ ਹੈ ਜਿਹੜਾ ਤਾਂਗਲੰਗਲਾ ਪਹੁੰਚ ਜਾਂਦੇ ਹਾਂ। ਦੋਸਤੋ, ਇਹ ਸਾਡੇ ਸਾਈਕਲ ਦੇ ਸਫ਼ਰ ਦੀ ਆਖਰੀ ਵੀਡੀਓ ਹੈ। ਇਸ ਤੋਂ ਅੱਗੇ ਸਾਡਾ ਜਿਹੜਾ ਕੈਮਰਾ ਟੈਕਨੀਕਲ ਪ੍ਰੋਬਲਮ ਆਉਣ ਕਰਕੇ ਖ਼ਰਾਬ ਹੋ ਜਾਂਦਾ ਹੈ, ਤੇ ਮਨਾਲੀ ਤੱਕ ਅਸੀਂ ਕੋਈ ਵੀ ਜਿਹੜੀ ਫੁਟੇਜ ਹੈ ਉਹਦੀ ਨਹੀਂ ਲੈ ਸਕੇ। ਇਸ ਗੱਲ ਵਾਸਤੇ ਮਾਫੀ ਚਾਹੁੰਦੇ ਹਾਂ, ਤੇ ਹੋ ਸਕਦਾ ਹੈ ਆਉਣ ਵਾਲੇ ਵਕਤ ਦੇ ਵਿੱਚ ਅਸੀਂ ਹੋਰ ਜਿਹੜਾ ਕੋਈ ਨਵਾਂ ਇਸ ਤਰ੍ਹਾਂ ਦਾ ਇੱਕ ਜਿਹੜੀ ਜਰਨੀ ਹੈ, ਨਵੀਂ ਯਾਤਰਾ ਹੋਰ ਕਰੀਏ ਤਾਂ ਤੁਹਾਨੂੰ ਇਸ ਤੋਂ ਵੀ ਖੂਬਸੂਰਤ ਜਿਹੜੇ ਨਜ਼ਾਰੇ ਨੇ ਉਹ ਲੇਹ ਲਦਾਖ ਦੇ ਤੁਹਾਨੂੰ ਆਪਣੇ ਸਾਈਕਲ ਯਾਤਰਾ ਦੇ ਵਿੱਚ ਦਿਖਾਈਏ। ਇਸ ਗੱਲ ਵਾਸਤੇ ਮਾਫੀ, ਤੇ ਅੱਗੇ ਵਾਸਤੇ ਤੁਹਾਨੂੰ ਸੱਦਾ ਕਿ ਅੱਗੇ ਫਿਰ ਕੋਈ ਸੋਹਣੀ ਜਿਹੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸ਼ੁਕਰੀਆ। ਰੱਬ ਰੱਖ।